ਇਹ ਲਾਈਕ ਕੁਛ ਆਪਣੇ ਸੈਲੀਬ੍ਰਿਟੀਜ਼ ਨੇ ਬੋਲਿਆ ਸੀਗਾ ਕਿ ਫਾਰਮਰਸ ਜੀਨਸ ਨਹੀਂ ਪਾ ਸਕਦੇ, ਹਾਊ ਕਮ ਦੇ ਅਫੋਰਡਿੰਗ ਸੋ ਕੋਸਟਲੀ ਕਲੋਥਸ ਬ੍ਰਾਂਡਡ ਐਂਡ ਥਿੰਗਸ ਲਾਈਕ ਦੈਟ, ਹੈ ਨਾ। ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਬਈ ਅਸੀਂ ਵੀ ਪੜ੍ਹ ਸਕਦੇ ਹਾਂ, ਸਾਡਾ ਵੀ ਹੱਕ ਹੈਗਾ ਹੈ। ਤੇ ਹੁਣ ਉਹ ਹੀ ਹੈ ਨਾ, ਜਦ ਤੁਹਾਨੂੰ ਆਪਣੀ ਸਟੇਟ 'ਚ ਤੁਹਾਡਾ ਜੋ ਤੁਸੀਂ ਐਕਸਪੈਕਟਡ ਪ੍ਰਾਈਸ ਹੈ ਤੁਹਾਨੂੰ ਨਹੀਂ ਮਿਲੇਗਾ, ਹਾਊ ਕਮ ਯੂ ਵਿਲ ਗੋ ਇਨ ਦਾ ਮਾਰਕੀਟ ਐਂਡ ਹਾਊ ਕਮ ਤੁਸੀਂ ਆਪਣਾ ਸੇਲ ਕਰੋਗੇ। ਤੇ ਕੋਈ ਕਿਸੇ ਨੂੰ ਬਰਗਲਾ ਨਹੀਂ ਸਕਦਾ, ਸਾਨੂੰ ਖੁਦ ਆਪਣੇ ਰਾਈਟਸ ਖੁਦ ਪਤਾ ਹੈ। ਬਾਕੀ ਇਹ ਜਿਹੜੇ ਜਮਾਖੋਰ ਹੈਗੇ ਨੇ ਉਹ ਲੈ ਕੇ ਸਟੋਰ ਕਰਨਗੇ, ਬਾਅਦ ਚ ਮਹਿੰਗਾ ਕਰਕੇ ਵੇਚਣ। ਫੂਡ ਦਾ ਜਿਹੜੀ ਸਾਡੀ ਬੇਸਿਕ ਨੀਡ ਹੈ ਇਹਨੂੰ ਅਸੀਂ ਭੰਡਾਰਨ ਨਹੀਂ ਕਰ ਸਕਦੇ ਹੈਗੇ। ਤੇ ਕਈ ਜਗ੍ਹਾ ਦੇਖੋ ਆਪਾਂ ਨੂੰ ਆਉਂਦਾ ਕਿ ਛਾਪਾ ਮਾਰਾ ਗਿਆ, ਵਹਾਂ ਇਤਨਾ ਹੀ ਅਨਾਜ ਮਿਲਾ, ਵਹਾਂ ਉਹ ਮਿਲਾ, ਉਹ ਚੀਜ਼ ਹੁਣ ਇਹਨੇ ਖਤਮ ਕਰ ਦਿੱਤੀ। ਅਨਲਿਮਿਟਿਡ ਸਟਾਕ ਕਰ ਸਕਦੇ हैं। ਤੇ ਕਿਸਾਨ ਜਦੋਂ ਕਰਦਾ ਮਿਹਨਤ ਕਰ ਰਿਹਾ ਉਦੋਂ ਸਸਤਾ ਖਰੀਦੋ, ਔਰ ਜਦੋਂ ਉਸੇ ਕਿਸਾਨ ਨੇ ਫਿਰ ਉਹ ਚੀਜ਼ ਲੈ ਕੇ ਬਾਜ਼ਾਰੋਂ ਖਾਣੀ ਹੈ ਤੇ ਫਿਰ ਉਹ ਮਹਿੰਗਾ ਲੈ ਕੇ ਖਾਏਗਾ। ਸਾਡੇ ਵੱਲੋਂ ਭਾਵੇਂ ਸਰਕਾਰ ਖਰੀਦੇ ਭਾਵੇਂ ਪ੍ਰਾਈਵੇਟਸ ਕੀ ਖਰੀਦੇ, ਗਰੰਟੀ ਲਿਖ ਕੇ ਮੈਂ ਗਰੰਟੀ ਹੋਣੀ ਚਾਹੀਦੀ ਹੈ। जिंदाबाद किसान मजदूर जिंदाबाद किसान मजदूर जिंदाबाद किसान एकता जिंदाबाद साडा हक ਇੱਥੇ ਰੱਖ साडा हक ਇੱਥੇ ਰੱਖ साडा हक ਇੱਥੇ ਰੱਖ साडा हक ਇੱਥੇ ਰੱਖ भारतीय किसान यूनियन भारतीय किसान यूनियन जिंदाबाद भारतीय किसान यूनियन जिंदाबाद भारतीय किसान यूनियन जिंदाबाद किसान एकता जिंदाबाद किसान एकता जिंदाबाद साडा हक ਇੱਥੇ ਰੱਖ साडा हक ਇੱਥੇ ਰੱਖ साडा हक ਇੱਥੇ ਰੱਖ साडा हक ਇੱਥੇ ਰੱਖ। ਕੀ ਬੋਲਣਾ ਚਾਹੋਗੇ ਇਸ ਪ੍ਰੋਟੈਸਟ ਬਾਰੇ, ਕਿਸ ਬਿੱਲ ਬਾਰੇ? भाई आपनू पता ही है, मोदी जी ਨੂੰ ਵੀ ਪਤਾ ਹੈ ਵੀ ਕਿਸ ਬਾਰੇ ਬੈਠੇ ਆ। ਮੋਦੀ ਜੀ ਨੂੰ ਸਾਰਾ ਪਤਾ ਹੈ। ਮੋਦੀ ਜੀ ਕੋਈ ਬੱਚਾ ਤਾਂ ਹੈ ਨਹੀਂ ਕਿ ਜਿਨ੍ਹਾਂ ਨੂੰ ਅਸੀਂ ਕਹਾਣੀਆਂ ਬਣਾ ਕੇ ਦੱਸਣੀਆਂ ਹੈ। ਉਹਨਾਂ ਨੂੰ ਸਭ ਪਤਾ ਹੈ ਕਿ ਕਿਉਂ ਪਬਲਿਕ ਬੈਠੀ ਹੈ, ਕਿ ਪਰੇਸ਼ਾਨ ਹੈ, ਠੰਡ 'ਚ ਬੈਠੀ ਹੈ, ਆਪਣੇ ਕਾਨੂੰਨ ਵਾਪਸ ਲੈਣ ਵਾਸਤੇ ਬੈਠੀ ਹੈ। ਉਹਨਾਂ ਦੇ ਜੋ ਕਾਨੂੰਨ ਇਹਨਾਂ ਨੇ ਬਣਾਏ ਨੇ, ਦੇਖੋ ਕੀ ਨਿਕਲਦਾ ਹੈ। ਤੇ ਮੋਦੀ ਜੀ ਨੂੰ ਪਤਾ ਹੈ ਕਿ ਮੋਦੀ ਜੀ ਨੂੰ ਇਹਨਾਂ ਛੋਟੇ ਛੋਟੇ ਬੱਚਿਆਂ ਤੇ ਅਗਰ ਤਰਸ ਆਂਦਾ ਹੈ ਤੇ ਬੀਬੀਆਂ ਤੇ ਤਰਸ ਆਂਦਾ ਤੇ ਹੋ ਸਕਦਾ ਹੈ ਬੀਬੀਆਂ ਵੀ ਇੱਥੇ ਹੀ ਨੇ, ਬੱਚੇ ਵੀ ਇੱਥੇ ਨੇ। ਠੰਡ 'ਚ ਤੁਸੀਂ ਬੱਚਿਆਂ ਨੂੰ ਕਿਉਂ ਲੈ ਆਓ? ਵੀ ਬੱਚਿਆਂ ਨੂੰ ਇਸੇ ਕਰਕੇ ਲਿਆਏ ਆ, ਸਾਡੇ ਬੱਚਿਆਂ 'ਚ ਵੀ ਜਨੂਨ ਹੈ, ਕਿਸਾਨ ਦੇ ਬੇਟੇ ਆ, ਕਿਸਾਨ ਦੇ ਬੱਚੇ ਆ। ਪਰ ਠੰਡ ਦੇ ਵਿੱਚ ਬੱਚਿਆਂ ਨੂੰ ਲਿਆਣਾ ਤੁਹਾਨੂੰ ਠੀਕ ਲੱਗਦਾ? ਜੀ ਜ਼ਰੂਰ, ਆਪਣੇ ਹੱਕ ਵਾਸਤੇ ਲੜਨ ਵਾਸਤੇ ਬੱਚਿਆਂ ਨੂੰ ਸਪੋਰਟ ਕਰਨੀ ਇਹਨਾਂ ਚਾਹੀਦੀ ਦੀ ਹੈ। ਪੜ੍ਹਾਈ ਨਹੀਂ ਖਰਾਬ ਹੋ ਰਹੀ? ਹੁੰਦੀ ਹੈ, ਉਹ ਤੇ ਪਤਾ ਹੀ ਹੈ, ਪੜ੍ਹਾਈ ਤੇ ਖਰਾਬ ਹੁੰਦੀ ਹੈ, ਪੜ੍ਹਾਈ ਤੇ ਖਰਾਬ ਹੁੰਦੀ ਹੈ। ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਏ? ਸਾਨੂੰ ਪੂਰੇ 10-11 ਦਿਨ ਹੋ ਗਏ। ਕੀ ਲੱਗਦਾ ਸਰਕਾਰ ਮੰਨੇਗੀ? ਕਿਉਂ ਨਹੀਂ ਮੰਨੇਗੀ? ਸਾਡਾ ਰਾਈਟ ਹੈ, ਸਾਡਾ ਹੱਕ ਹੈ, ਕਿਉਂ ਨਹੀਂ ਮੰਨੇਗੀ? ਸਰਕਾਰ ਕਹਿ ਰਹੀ ਹੈ ਕਿਸਾਨਾਂ ਲਈ, ਕਿਸਾਨਾਂ ਦੇ ਹੱਕ ਲਈ ਹੈ, ਕਿਸਾਨਾਂ ਦੇ ਫਾਇਦੇ ਲਈ ਹੈ ਬਿੱਲ। ਬਿਲਕੁਲ ਵੀ ਫਾਇਦੇ ਲਈ ਨਹੀਂ ਹੈ। ਅਸੀਂ ਸਾਰੇ ਦੇਖੋ ਅਸੀਂ ਖੁਦ ਵੀ ਐਜੂਕੇਟਡ ਹੈਗੇ ਆ, ਸਾਡੇ ਫਾਰਮਰਸ ਬੱਚੇ ਫਾਰਮਰ ਸਾਰੇ ਐਜੂਕੇਟਡ ਹੈਗੇ ਨੇ। ਤੁਸੀਂ ਵੀ ਖੇਤੀ ਕਰਦੇ? ਦੇ ਨੋ ਵੈਰੀ ਵੈਲ ਕਿ ਥੀਸ ਬਿਲਸ ਆਰ ਨਾਟ ਇਨ ਫੇਵਰ ਆਫ ਫਾਰਮਰ। ਇਹ ਸਾਡੇ ਹਿੱਤ ਵਿੱਚ ਨਹੀਂ ਹੈਗੇ। ਜਿੰਨਾ ਮਰਜ਼ੀ ਚੈਨਲ ਤੇ ਕਹੀ ਜਾਣ ਹਿੱਤ ਮੇ, ਇਹ ਸਾਡੇ ਹਿੱਤ ਵਿੱਚ ਨੇ। ਤੁਸੀਂ ਇਹ ਸਾਨੂੰ ਪਤਾ, ਅਸੀਂ ਤਾਂ ਹੀ ਇੱਥੇ ਸੜਕਾਂ ਤੇ ਰੁਲ ਰਹੇ ਆ। ਤੁਸੀਂ ਵੀ ਕਿਸਾਨੀ ਨਾਲ ਤਾਲੁਕ ਰੱਖਦੇ ਹੋ? ਅਸੀਂ ਫਾਰਮਰ ਹੈਗੇ ਆ, ਫਾਰਮਿੰਗ ਕਰਨੇ ਆ। ਅੱਛਾ ਅੱਛਾ। ਕੋਈ ਮੀਡੀਆ ਕਹਿ ਰਿਹਾ ਕਿਸਾਨ ਕਿਹੋ ਜਿਹੇ ਕਿਸਾਨ ਨੇ ਜਿਹੜੇ ਅੰਗਰੇਜ਼ੀ ਬੋਲਦੇ ਨੇ? ਉਹ ਮੀਡੀਆ ਫਿਰ ਪੁੱਛੋ ਉਹਨੂੰ ਕਿ ਅਸੀਂ ਕਹਿੰਦੇ ਕਿ 21ਵੀਂ ਸਦੀ में ਆ ਗਏ। 21ਵੀਂ ਸਦੀ 'ਚ ਆ ਕੇ ਜੇਕਰ ਕਿਸਾਨ ਅਨਪੜ੍ਹ ਹੋਏਗਾ ਤਾਂ ਫਿਰ ਕਿਵੇਂ ਹੋਏਗਾ? ਅਸੀਂ ਜਦੋਂ ਕਿਸਾਨ ਪੜ੍ਹਿਆ ਲਿਖਿਆ ਕਿਉਂ ਅਨਪੜ੍ਹ ਕਿਉਂ ਕਹਿ ਰਹੇ? ਤੁਹਾਡੇ ਯੂਪੀ ਦੇ ਸੀਐਮ ਕਹਿ ਰਹੇ ਨੇ ਇਹ ਤੇ ਯੂਪੀ ਦਾ ਕਿਸਾਨ ਤੇ ਬੜਾ ਖੁਸ਼ਹਾਲ ਹੈ, ਇਹ ਤੇ ਆਪੋਜੀਸ਼ਨ ਦੇ ਖੜੇ ਕੀਤੇ ਲੋਕ ਨੇ। ਹਾਂ ਦੇਖੋ, ਇਸ ਤਰ੍ਹਾਂ ਉਹ ਸਾਰੀ ਖੁਸ਼ਹਾਲੀ ਹੁਣ ਇੱਥੇ ਦਿਖਾਈ ਦੇ ਰਹੀ ਹੈ। ਓਪੋਜੀਸ਼ਨ ਕੋਈ ਵੀ ਕਿਸੇ ਨੂੰ ਬਰਗਲਾ ਨਹੀਂ ਸਕਦਾ, ਹੈ ਨਾ। ਸਾਡਾ ਆਪਣਾ ਵੀ ਦਿਮਾਗ ਹੈਗਾ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਪਤਾ ਹੈਗਾ, ਫਾਰਮਿੰਗ ਕਰਦੇ ਹੈਗੇ ਆ, ਤੇ ਕੋਈ ਕਿਸੇ ਨੂੰ ਬਰਗਲਾ ਨਹੀਂ ਸਕਦਾ। ਸਾਨੂੰ ਖੁਦ ਆਪਣੇ ਰਾਈਟਸ ਖੁਦ ਪਤਾ ਹੈ ਕਿ ਕੀ ਹੈਗਾ, ਹੈ ਨਾ। ਤੁਸੀਂ ਵੀ ਖੁਦ ਖੇਤੀ ਕਰਦੇ ਹੋ? ਹਾਂਜੀ, ਫਾਰਮਿੰਗ ਅਸੀਂ ਫਾਰਮਰ ਹੈਗੇ ਆ, ਖਾਨਦਾਨੀ ਫਾਰਮਰ ਹੈਗੇ ਆ। ਦਾਦੇ ਪੜਦਾਦੇ ਸਭ ਸ਼ੁਰੂ ਤੋਂ ਖੇਤੀ ਕਰਦੇ ਆ ਰਹੇ। ਕੋਈ ਅਸੀਂ ਇਹ ਥੋੜੀ ਕਿ ਅਸੀਂ ਕੀ ਉਗਾਉਂਦੇ ਹੋ ਤੁਸੀਂ? ਅਸੀਂ ਦੇਖੋ ਹੁਣ ਸਾਡੀ ਕਣਕ ਹੈਗੀ ਏ, ਧਾਨ ਤੇ ਕਣਕ ਖਾਸ ਕਰ ਹੁੰਦਾ ਹੈਗਾ, ਬਾਕੀ ਕੁਝ ਗੰਨਾ ਹੁੰਦਾ ਹੈਗਾ। ਕੀ ਦਿੱਕਤ ਕੀ ਆਉਂਦੀ ਹੈ ਜਦੋਂ ਤੁਸੀਂ ਮੰਡੀ ਕਰਨ ਲਈ ਜਾਂਦੇ ਹੋ, ਜਾਂ ਕੀ ਦਿੱਕਤ ਆਉਂਦੀ ਹੈ ਤੁਹਾਨੂੰ? ਕੀ ਲੱਗਦਾ ਹੈ ਬਿੱਲ ਜੇ ਪਾਸ ਹੋ ਜਾਏਗਾ ਕੀ ਨੁਕਸਾਨ ਹੋਏਗਾ ਕਿਸਾਨ? देखिए फर्स्ट ऑफ ऑल कि देखो ਹੁਣੇ ਤੁਸੀਂ ਦੇਖ ਲਓ, ਇਹ ਜਿਹੜੇ ਕਹਿੰਦੇ ਨੇ ਕਿ MSP तो वैसे ही रहेगी जैसे चल रही है, बट कैसे चल रही है? उधर ਤੇ 1800 ਤੇ 80 ਦੇ ਆਸ-ਪਾਸ ਦਾ ਰੇਟ ਹੈਗਾ, ਬਟ ਕਿਸਾਨ ਨੂੰ ਕਿੰਨਾ ਮਿਲ ਰਿਹਾ? 1100 1200 1300। ਮੰਡੀ ਰੁਲ ਰਹੇ ਨੇ, ਕਦੀ ਟਰਾਲੀ ਭਰ ਕੇ ਉੱਥੇ ਚਲੇ ਜਾਂਦੇ ਨੇ, ਕਦੀ ਉੱਥੇ ਚੱਲੇ, ਕਿਤੇ ਦੀ ਕੋਈ 500 700 ਰੁਪਏ ਕਿੱਥੇ ਜਾਂਦਾ ਹੈ? 500 700 ਬਿਹਾਰ ਵਗੈਰਾ ਵੱਲ ਚੱਲ ਰਿਹਾ। ਇੱਥੇ ਵੀ ਕਈਆਂ ਥਾਵਾਂ ਤੇ 1800 ਦੀ MSP ਹੈ, ਹਾਂਜੀ। ਸਾਨੂੰ ਮਿਲਦਾ 1100। ਹਾਂ ਦੇਖੋ, ਜੋ ਮੰਡੀਆਂ ਹੀ ਨਹੀਂ ਹੈਗੀਆਂ, ਬਾਕੀ ਇਹ ਜਿਹੜੇ ਜਮਾਖੋਰ ਹੈਗੇ ਨੇ ਉਹ ਲੈ ਕੇ ਸਟੋਰ ਕਰਨਗੇ, ਬਾਅਦ ਚ ਮਹਿੰਗਾ ਕਰਕੇ ਵੇਚਣਗੇ। ਮੰਡੀ ਹੈ ਹੀ ਨਹੀਂ। ਮੰਡੀਆਂ ਕਿੱਥੇ ਹੈਗੀਆਂ? ਯੂਪੀ 'ਚ ਆਪਣੇ ਬਹੁਤ ਮੰਡੀ ਹੈਗੀਆਂ ਨਹੀਂ, ਕਿ ਪੰਜਾਬ ਵਿੱਚ ਹਰਿਆਣਾ 'ਚ ਤੇ ਮੰਡੀਆਂ ਹੈਗੀਆਂ ਨੇ, ਤੇ ਬਟ ਯੂਪੀ ਵਿੱਚ ਤੇ ਇੰਨੀਆਂ ਮੰਡੀਆਂ ਬਹੁਤ ਨਹੀਂ ਹੈਗੀਆਂ। ਤੇ ਯੂਪੀ ਦੇ ਕਿਸਾਨਾਂ ਨੂੰ ਪੰਜਾਬ ਜਾ ਕੇ ਮਜਬੂਰਨ ਵੇਚਣਾ ਪੈਂਦਾ ਹੈ। ਪੰਜਾਬ ਹੁਣ ਕੌਣ ਹੈ? ਹਰ ਕੋਈ ਤੇ ਪੰਜਾਬ ਵੀ ਜਾ ਕੇ ਵੇਚ ਨਹੀਂ ਸਕਦਾ ਨਾ। ਠੀਕ ਹੈ। ਉਹਦਾ ਕਿਰਾਇਆ ਕਿੰਨਾ ਪਏਗਾ, ਉਹਨੂੰ ਲੈ ਜਾਣ ਦਾ ਕਿੰਨਾ ਪ੍ਰੋਬਲਮ ਆਏਗੀ। ਤੇ ਇੰਨਾ ਕਿਸਾਨ ਸਮਰੱਥ ਨਹੀਂ ਹੈਗਾ ਕਿ ਸਾਰੇ ਕਿਸਾਨ ਉੱਥੇ ਹੀ ਜਾ ਸਕਦੇ। ਕੋਈ 5% ਜਾ ਸਕਦੇ ਨੇ, ਬਾਕੀ ਅਦਰਵਾਈਜ਼ ਤੇ ਸਾਰੇ ਨਹੀਂ ਜਾ ਸਕਦੇ ਨਾ।
ਪਰ ਮੋਦੀ ਜੀ ਕਹਿ ਰਹੇ ਨੇ ਹੁਣ ਕਿਸਾਨ ਜਿੱਥੇ ਦਾ ਕਿਸਾਨ ਜਿੱਥੇ ਮਰਜ਼ੀ ਜਾ ਕੇ ਵੇਚੇ, ਚਾਹੇ ਯੂਪੀ ਦਾ ਕਿਸਾਨ ਜਾ ਕੇ ਪੰਜਾਬ ਵੇਚੇ, ਵਾਰਾਣਸੀ ਵੇਚੇ, ਚਾਹੇ ਕੇਰਲਾ ਵੇਚੇ, ਜਿੱਥੇ ਮਰਜ਼ੀ ਐਸ ਜੇ ਬਿੱਲ ਹੈ ਪਾਸ ਹੋ ਗਿਆ ਤੇ ਕੀ ਦਿੱਕਤ ਹੈ? ਅਸੀਂ ਹੁਣ ਅਨਪੜ੍ਹ ਨਹੀਂ ਹੈਗੇ, ਅਸੀਂ ਨਿਊਜ਼ ਵੀ ਸੁਣਦੇ ਆ। ਹੁਣ ਜਦੋਂ ਇੱਥੇ ਟਰਾਲੀਆਂ ਆਈਆਂ ਸੀ ਹਰਿਆਣਾ ਵਿੱਚ ਵੇਚਣ ਵਾਸਤੇ ਤਾਂ ਉੱਥੇ ਬਾਰਡਰ ਤੇ ਰੋਕ ਦਿੱਤੀਆਂ ਗਈਆਂ ਸੀ ਕਿ ਹਰਿਆਣਾ ਮੇਂ ਆਪ ਨਹੀਂ ਵੇਚ ਸਕਦੇ ਹੋ। ਐਮਪੀ ਵਾਲੇ ਵੀ ਸ਼ਿਵਰਾਜ ਕਹਿ ਰਹੇ ਨੇ ਕਿ ਤੁਸੀਂ ਬਾਹਰ ਦਾ ਅਸੀਂ ਮੱਧ ਪ੍ਰਦੇਸ਼ ਵਿੱਚ ਨਹੀਂ ਵੇਚਣ ਦਿਆਂਗੇ। ਤਾਂ ਕੋਈ ਪਹਿਲੀ ਗੱਲ ਤੇ ਇਹ ਚੀਜ਼ ਸਾਹਮਣੇ ਆਈ ਹੈ ਕਿ ਹਾਂ ਵੀ ਦੂਜੀ ਜਗ੍ਹਾ ਨਹੀਂ ਵੇਚ ਸਕਦੇ। ਦੂਜੀ ਜਗ੍ਹਾ ਕਿ ਪੂਰੇ ਜਬ ਕਹਿੰਦੇ ਨੇ ਕਿ ਇੱਕ ਦੇਸ਼ ਇੱਕ ਸਭ ਕੁਝ ਹੋਣਾ, ਤਾਂ ਸਾਰੇ ਦੇਸ਼ ਦਾ ਇੱਕੋ ਰੂਲ ਬਣਾਉਣਾ, ਸਭ ਜਗ੍ਹਾ ਐਮਐਸਪੀ ਕਾਨੂੰਨ ਲੈ ਕੇ ਆਉਣ, ਹਰ ਜਗ੍ਹਾ ਕਿ ਸਾਨੂੰ ਪ੍ਰੋਬਲਮ ਨਹੀਂ ਆਏਗੀ। ਤੁਸੀਂ ਇਹ ਦੇਖਿਆ ਦੇਖੋ 1800 ਦੀ ਚੀਜ਼ ਸਾਨੂੰ 1100 ਦੇ ਵੇਚਣੀ ਪੈਂਦੀ ਮਜਬੂਰਨ, ਵਿੱਚ ਜਿਹੜਾ ਅਮਾਉਂਟ ਹੈਗਾ ਵਿਚੋਲੀਆ ਲੈ ਜਾਂਦਾ ਤੇ ਇਹੀ ਤੇ ਕਹਿ ਰਹੇ ਕਿ ਵਿਚੋਲੀਆ ਖਤਮ ਕੀਤਾ हमने ਨਹੀਂ ਖਤਮ ਕੀਤਾ ਹੈ। ਇਹ ਤੇ ਜਿਹੜਾ ਭੰਡਾਰਨ ਦਾ ਇੱਕ ਹੋਰ ਇੱਕ ਦੇ ਦਿੱਤਾ ਹੈਗਾ ਇਹਦੇ ਚ। ਤੇ ਹੁਣ ਜਿਵੇਂ ਤੁਸੀਂ ਆਲੂ ਦੇਖਿਆ 40 ਰੁਪਏ ਕਿਲੋ ਅਸੀਂ ਖਰੀਦਿਆ ਹੈਗਾ, ਕਿਸਾਨ ਨੇ ਜਦੋਂ ਵੇਚਿਆ ਸੀ 5 ਰੁਪਏ ਕਿਲੋ ਵੇਚਿਆ ਸੀ। ਔਰ ਜਦੋਂ ਖਾਣ ਵਾਲਾ ਵੇ ਉਹ ਵੀ ਆਮ ਆਦਮੀ ਜਿਹੜਾ ਹੈ ਨਾ ਲੈ ਰਿਹਾ ਉਹ ਵੀ ਉਹ 40 ਰੁਪਏ ਲੈ ਰਿਹਾ ਹੈ। ਤੇ ਵਿੱਚ ਵਾਲਾ ਫਾਇਦਾ ਕੌਣ ਲੈ ਰਿਹਾ? ਉਹ ਵਿਚੋਲੀਆ ਹੀ ਲੈ ਰਹੇ ਨੇ ਨਾ। ਵਿਚੋਲੀਆ ਕਿੱਥੇ ਖਤਮ ਹੋ ਰਹੇ ਨੇ ਔਰ ਇਨਡਾਇਰੈਕਟਲੀ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਕਿ ਅਸੀਂ ਇਹ ਕਾਨੂੰਨ ਜੋ ਕਾਨੂੰਨ 1955 ਵਿੱਚ ਹੋਇਆ ਸੀ ਕਿ ਭੰਡਾਰਨ ਨਹੀਂ ਕਰ ਸਕਦੇ ਹੈ ਨਾ, ਫੂਡ ਦਾ ਜਿਹੜੀ ਸਾਡੀ ਬੇਸਿਕ ਨੀਡ ਹੈ ਇਹਨੂੰ ਤੁਸੀਂ ਭੰਡਾਰਨ ਨਹੀਂ ਕਰ ਸਕਦੇ ਹੈਗੇ। ਤੇ ਕਈ ਜਗ੍ਹਾ ਦੇਖੋ ਆਪਾਂ ਨੂੰ ਆਉਂਦਾ ਕਿ ਛਾਪਾ ਮਾਰਾ ਗਿਆ, ਵਹਾਂ ਇਤਨਾ ਹੀ ਅਨਾਜ ਮਿਲਾ, ਵਹਾਂ ਉਹ ਮਿਲਾ, ਉਹ ਚੀਜ਼ ਉਹਨਾਂ ਨੇ ਖਤਮ ਕਰ ਦਿੱਤੀ। ਅਨਲਿਮਿਟਿਡ ਸਟਾਕ ਕਰ ਸਕਦੇ ਹੈ। ਤੇ ਇਹ ਤੇ ਇੱਕ ਇਨਡਾਇਰੈਕਟਲੀ ਸਪੋਰਟ ਹੋ ਗਈ ਨਾ ਪੂੰਜੀਪਤੀਆਂ ਨੂੰ, ਉਦਯੋਗਪਤੀਆਂ ਨੂੰ ਕਿ ਤੁਸੀਂ ਜਿੰਨਾ ਮਰਜ਼ੀ ਭੰਡਾਰਨ ਕਰੋ, ਆਪਣੀ ਮਰਜ਼ੀ ਦੇ ਰੇਟ ਤੇ ਫਾਰਮ ਵੇਚੋ ਬਾਅਦ ਵਿੱਚ। ਤੇ ਕਿਸਾਨ ਜਦੋਂ ਕਰਦਾ ਮਿਹਨਤ ਕਰ ਰਿਹਾ ਉਦੋਂ ਸਸਤਾ ਖਰੀਦੋ, ਔਰ ਜਦੋਂ ਉਸੇ ਕਿਸਾਨ ਨੇ ਫਿਰ ਉਹ ਚੀਜ਼ ਲੈ ਕੇ ਬਾਜ਼ਾਰੋਂ ਖਾਣੀ ਹੈ ਤੇ ਫਿਰ ਉਹ ਮਹਿੰਗਾ ਲੈ ਕੇ ਖਾਏਗਾ। ਤੇ ਇਹ ਚੀਜ਼ਾਂ ਤਾਂ ਸਮਝ ਆਉਂਦੀਆਂ ਹੀ ਨੇ ਸਾਨੂੰ ਵੀ। ਠੀਕ ਹੈ। ਹਾਂਜੀ। ਤੁਸੀਂ ਕਿੱਥੋਂ ਆਏ ਹੋ? ਬਿਲਾਸਪੁਰ। ਹਾਂਜੀ। ਕਿਉਂ ਆਏ ਹੋ ਇਸ ਪ੍ਰੋਟੈਸਟ? ਆਬਵੀਅਸਲੀ ਵੀ ਆਰ ਸੀਇੰਗ ਕਿ ਸਾਡੇ ਇੱਥੇ ਐਂਸੈਸਟਰਸ ਬਹੁਤ ਟਾਈਮ ਤੋਂ ਜੋ ਇੱਕ ਹੱਕ ਲਈ ਲੜਦੇ ਸੀਗੇ, ਐਂਡ ਉਹ ਲਾਈਕ ਆ ਸਿਰਫ ਇਸ ਸੈਂਚੁਰੀ ਦੀ ਲੜਾਈ ਨਹੀਂ ਗੀ, ਇਟਸ ਬੀਨ ਕੰਟੀਨਿਊਇੰਗ ਫਰਮ ਲਾਸਟ ਕਪਲ ਆਫ ਈਅਰਸ। ਤੇ ਅਸੀਂ ਦੇਖਦੇ ਹਾਂ ਕਿ ਸਾਡੇ ਗ੍ਰੈਂਡ ਪੇਰੈਂਟਸ, ਸਾਡੇ ਪੇਰੈਂਟਸ ਬਹੁਤ ਟਾਈਮ ਤੋਂ ਆਪਣੇ ਹੱਕ ਲਈ ਲੜ ਰਹੇ ਹੈ। ਐਂਡ ਅਗੇਨ ਲਾਈਕ ਸਾਡੇ ਜੋ ਤੁਸੀਂ ਤਾਂ ਅੰਗਰੇਜ਼ੀ ਬੋਲ ਰਹੇ ਹੋ, ਤੁਸੀਂ ਤਾਂ ਫਾਰਮਰ ਲੱਗਦੇ ਨਹੀਂ। ਯਾ ਬਿਕੋਜ਼ ਲਾਈਕ ਆਈ ਹੈਵ ਅ ਮੋਟਿਵ ਬਿਹਾਈਂਡ ਸਪੀਕਿੰਗ ਇਨ ਇੰਗਲਿਸ਼, ਬਿਕੋਜ਼ ਇਹ ਲਾਈਕ ਕੁਛ ਆਪਣੇ ਸੈਲੀਬ੍ਰਿਟੀਜ਼ ਨੇ ਬੋਲਿਆ ਸੀਗਾ ਕਿ ਫਾਰਮਰਸ ਜੀਨਸ ਨਹੀਂ ਪਾ ਸਕਦੇ, ਹਾਊ ਕਮ ਦੇ ਅਫੋਰਡਿੰਗ ਸੋ ਕੋਸਟਲੀ ਕਲੋਥਸ ਬ੍ਰਾਂਡਡ ਐਂਡ ਥਿੰਗਸ ਲਾਈਕ ਦੈਟ, ਹੈ ਨਾ। ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਬਈ ਅਸੀਂ ਵੀ ਪੜ੍ਹ ਸਕਦੇ ਹਾਂ, ਸਾਡਾ ਵੀ ਹੱਕ ਹੈਗਾ ਹੈ। ਐਂਡ ਈਵਨ ਆਈ ਐਮ ਵਰਕਿੰਗ ਐਜ਼ ਐਨ HR ਐਸੋਸੀਏਟ ਵਿਦ ਪਾਰਲੇ ਬਿਸਕਿਟਸ। ਆਈ ਹੈਵ ਡਨ ਮਾਈ MBA in HR and marketing। MBA ਫਾਰਮਰਸ ਵੀ ਹੈਗੇ ਨੇ। ਹਾਂਜੀ, MBA ਫਾਰਮਰਸ ਵੀ ਹੈਗੇ ਨੇ, ਇੰਜੀਨੀਅਰ ਫਾਰਮਰਸ ਵੀ ਹੈਗੇ ਨੇ। ਆਈ ਹੈਵ ਮਾਈ ਬ੍ਰਦਰਸ ਵਰਕਿੰਗ ਇਨ USA, in UK ਐਜ਼ ਐਨ ਸੌਫਟਵੇਅਰ ਇੰਜੀਨੀਅਰ। ਸੋ ਲਾਈਕ ਉਹਨਾਂ ਨੇ ਸਾਨੂੰ ਬਹੁਤ ਇੰਸਪਾਇਰ ਕੀਤਾ ਕਿ ਅਸੀਂ ਆ ਕੇ ਨਹੀਂ ਇੱਥੇ ਖੜ ਸਕਦੇ, ਤੁਸੀਂ ਜਾਓ ਐਂਡ ਸਾਡੀ ਆਵਾਜ਼ ਬਣੋ। ਠੀਕ ਹੈ। ਕੀ ਲੱਗਦਾ ਹੈ ਬਿੱਲਾਂ ਦੇ ਵਿੱਚ ਕੀ ਖਰਾਬੀ ਹੈ? ਦੇਖੋ ਹੁਣ ਬਾਰ-ਬਾਰ ਤੁਹਾਨੂੰ ਹੁਣੇ ਇਹਨਾਂ ਨੇ ਸਮਝਾ ਕੇ ਹਟੇ ਨੇ, ਹਨਾ। ਤੇ ਯੂ ਆਰ ਆਲਸੋ ਵੈਰੀ ਵੈਲ ਅਵੇਅਰ ਆਫ ਲਾਈਕ ਕੀ ਉੱਚੇ ਲੂਪ ਹੋਲਸ ਨੇ। ਟੂ ਐਨ ਐਕਸਟੈਂਟ ਦੇ ਆਰ ਰਾਈਟ, ਹਨਾ। ਲੇਕਿਨ ਜੋ ਲੂਪ ਹੋਲਸ ਨੇ ਉਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਜਿਵੇਂ ਕਿ ਲਾਈਕ MSP। ਬਟ MSP ਤੇ ਕਦੀ ਵੀ ਲਾਅ ਨਹੀਂ ਸੀਗਾ, ਇਟ ਵਾਸ ਅ ਪਾਲਿਸੀ ਡਿਸੀਜਨ। ਸੋ ਨਾਓ ਫਾਰਮਰਸ ਵਾਂਟ ਇਟ ਸ਼ੁੱਡ ਬੀ ਅ ਲਾਅ। ਤੇ ਇਹਦੇ ਬਿੱਲ ਨਾਲ ਕੀ ਰਹਿਣਾ ਦੇਣਾ? ਬਿੱਲ ਦੇ ਵਿੱਚ ਤੇ MSP ਦਾ ਕੋਈ ਲਿੰਕ ਹੀ ਨਹੀਂ ਹੈਗਾ। ਸੋ ਅਰਲੀਅਰ ਲਾਈਕ ਆ 3 ਕਾਨੂੰਨ ਨਹੀਂ ਸੀਗੇ, ਹਨਾ। ਹੁਣ ਜਦੋਂ ਲਾਗੂ ਕਰ ਦਿੱਤਾ ਗਿਆ ਹੈ, ਪ੍ਰਾਈਵੇਟ ਕੰਪਨੀਜ਼ ਆਰ ਗੈਟਿੰਗ ਇਨਵੋਲਵਡ ਇਨ ਦਿਸ। ਹੁਣ ਇੱਥੇ ਕੀ ਹੋਏਗਾ ਕਿ ਇੱਥੇ ਸਟੋਰੇਜ ਵਧੇਗੀ, ਹਨਾ। ਤੇ ਦ ਥਿੰਗ ਜੋ ਅਸੀਂ ਜੇ ਪ੍ਰਾਈਵੇਟ ਕੰਪਨੀ ਹੈਗੀ ਤੇ ਪ੍ਰਾਈਵੇਟ ਸੈਕਟਰ ਦੀ ਤੁਸੀਂ HR ਹੋ, ਤੇ ਸਰਕਾਰ ਦਾ ਇਹ ਮੰਨਣਾ ਹੈ ਕਿ ਜੇ ਪ੍ਰਾਈਵੇਟ ਸੈਕਟਰ ਆਏਗਾ ਤੇ ਪ੍ਰਾਈਵੇਟ ਸੈਕਟਰ ਨਾਲ ਇਨਵੈਸਟਮੈਂਟ ਵੀ ਤੇ ਆਏਗੀ। ਤੇ ਕਿਸੇ ਵੀ ਸੈਕਟਰ ਨੂੰ ਜੇ ਤੁਸੀਂ ਅਪਲਿਫਟ ਕਰਨਾ ਹੈ, ਯੂ ਨੀਡ ਇਨਵੈਸਟਮੈਂਟ। ਇਨਵੈਸਟਮੈਂਟ ਸਿਰਫ ਕਾਰਪੋਰੇਟਸ ਕੋਲ ਹੈ। ਹਜੇ ਵੀ ਕਿਹੜਾ ਫਾਰਮਰ ਬੜੀ ਖੁਸ਼ਹਾਲੀ ਵਿੱਚ ਹੈਗਾ, ਫਾਇਲ ਲੈ ਰਿਹਾ। ਇਹ ਸਰਕਾਰ ਦਾ ਟੇਕ ਹੈ, ਮੇਰਾ ਟੇਕ ਨਹੀਂ ਹੈ, ਸਰਕਾਰ ਦਾ ਟੇਕ ਹੈ। ਯੂ ਥਿੰਕ ਕਿ ਸਿਰਫ ਕੈਪੀਟਲ ਤੋਂ ਯੂ ਕੈਨ ਰਨ ਅ ਬਿਜ਼ਨਸ? ਬਿਨਾ ਕੈਪੀਟਲ ਤੋਂ ਤੁਸੀਂ ਕਿਵੇਂ ਅਪਲਿਫਟ ਕਰੋਗੇ ਕਿਸੇ ਸੈਕਟਰ ਨੂੰ? ਓਕੇ ਫਾਈਨ, ਆਈ ਵਿਲ ਗਿਵ ਯੂ ਵਨ ਐਗਜ਼ਾਮਪਲ। ਫॉर ਐਗਜ਼ਾਮਪਲ ਔਨ ਫਾਰਮਿੰਗ। ਓਕੇ। ਤੇ ਸਿਰਫ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਹੁਣ ਪ੍ਰਾਈਵੇਟ ਓਨਰਸ ਆਉਣਗੇ ਐਗਰੀਕਲਚਰ ਵਿੱਚ, ਜਾਂ 5 ਪੁਆਇੰਟ ਦੱਸੋ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਫਾਰਮਰਸ ਦੇ ਜਿਹੜੇ ਆਲਰੇਡੀ ਫਾਰਮਰਸ ਰਨ ਕਰ ਰਹੇ ਨੇ, ਆਪਣੀ ਖੇਤੀ ਕਰ ਰਹੇ ਨੇ, ਉਹਨਾਂ ਨੂੰ ਕੀ ਨੁਕਸਾਨ ਹੋਏਗਾ? okay, ਕਿ they have not set any boundaries for us. You can go in any state you want and you can just sell your price. ਇਹ ਤਾਂ ਚੰਗੀ ਗੱਲ ਹੈ, ਜਿੰਨੀ ਮਾਰਕੀਟ ਡਾਈਵਰਸ ਹੋਏਗੀ। I'll give you that, okay? ਹੁਣ ਸਾਰੇ ਫਾਰਮਰਸ ਤੇ ਨਹੀਂ ਅਮੀਰ ਨਾ, ਓਕੇ। ਆਪਸ਼ਨ ਹੈ, ਅਵੇਲ ਕਰੋ ਨਾ ਕਰੋ। ਤੇ ਹੁਣ ਉਹ ਹੀ ਹੈ ਨਾ, ਜਦ ਤੁਹਾਨੂੰ ਆਪਣੀ ਸਟੇਟ 'ਚ ਤੁਹਾਡਾ ਜੋ ਤੁਸੀਂ ਐਕਸਪੈਕਟਡ ਪ੍ਰਾਈਸ ਹੈ ਤੁਹਾਨੂੰ ਨਹੀਂ ਮਿਲੇਗਾ, ਹਾਊ ਕਮ ਯੂ ਵਿਲ ਗੋ ਇਨ ਦਾ ਮਾਰਕੀਟ ਐਂਡ ਹਾਊ ਕਮ ਤੁਸੀਂ ਆਪਣਾ ਸੇਲ ਕਰੋਗੇ, ਆਪਣੀ ਫਸਲ ਕਿੱਦਾਂ ਕਰੋਗੇ? ਫॉर ਐਗਜ਼ਾਮਪਲ ਜੇ ਇੱਕ ਜਗ੍ਹਾ ਮੈਨੂੰ ਮੇਰਾ ਵਧੀਆ ਰੇਟ ਨਹੀਂ ਮਿਲ ਰਿਹਾ, ਹਾਂਜੀ, ਮੈਂ ਦੂਜੀ ਜਗ੍ਹਾ ਜਾ ਕੇ, ਮੇਰੇ ਵਾਸਤੇ ਤੇ ਚੰਗਾ ਨਾ ਪਹਿਲੇ ਤੇ ਇੱਕ ਜਗ੍ਹਾ ਸੀਗਾ ਕਿ ਮੈਨੂੰ ਇੱਥੇ ਹੀ ਵੇਚਣਾ ਹੈ। ਜੇ ਤੁਸੀਂ ਹੁਣ ਇੰਟਰ ਸਟੇਟ ਜਾ ਰਹੇ ਹੋ ਤੇ ਟਰਾਂਸਪੋਰਟੇਸ਼ਨ ਕੌਣ ਦੇਗਾ?
there is an option. Earlier there was not an option. that is what I'm trying to say. ਬਲੈਕ ਦੇ ਤਰੀਕੇ ਦੇ ਨਾਲ ਪੰਜਾਬ ਜਾ That ਕੇ is what I am going to say Yeah. ਕਿ ਅਗਰ ਤੁਹਾਨੂੰ ਤੁਹਾਡੇ ਸਟੇਟ 'ਚ ਨਹੀਂ ਮਿਲ ਰਿਹਾ ਹੈ ਕਿਤੇ ਵੀ ਨਹੀਂ ਮਿਲ ਰਿਹਾ, ਸਟੇਟਸ 'ਚ ਕੋਈ ਵੀ ਜੋ ਮਤਲਬ ਓਨਰਸ ਨੇ ਤੁਹਾਨੂੰ ਨਹੀਂ ਪ੍ਰਾਈਸ ਦੇ ਪਾ ਰਹੇ ਨੇ, then they are saying you can go in any state and you can just sell your crop, right? But ਤੁਸੀਂ ਟਰਾਂਸਪੋਰਟੇਸ਼ਨ ਪ੍ਰੋਵਾਈਡ ਕਰੋਗੇ, ਹਰ ਇੱਕ ਫਾਰਮਰ ਨਹੀਂ ਕੈਪੇਬਲ ਕਿ ਉਹ ਆਪਣਾ ਟਰੱਕ ਹਾਇਰ ਕਰੇ, ਆਪਣੀ ਕ੍ਰੌਪ ਲੋਡ ਕਰਵਾਏ ਐਂਡ ਸੇਲ ਆਊਟ ਕਰੇ। ਦਿਸ ਇਜ਼ ਅ ਮੇਜਰ ਪ੍ਰੋਬਲਮ। ਸਰ ਇਹ ਵਾਲੀ ਗੱਲ ਤੁਹਾਡੀ ਤਾਂ ਫੱਬਦੀ ਹੈ ਜਦੋਂ ਇਹ ਕਿਹਾ ਜਾਏ ਕਿ ਤੁਸੀਂ ਸਿਰਫ ਆਊਟਸਾਈਡ ਜਾ ਕੇ ਵੇਚਣਾ, ਤਦ ਕੰਪਲਸ਼ਨ ਹੈ। देयर इज नॉट ਕੰਪਲਸ਼ਨ ਨਾ। तो ਤੁਹਾਨੂੰ ਲੋਕਲ ਪ੍ਰਾਈਸ कह रहे हैं कि कानून बनाओ ना, एमएसपी ਦਾ ਕਾਨੂੰਨ ਬਣਾਓ, ਹਰ ਜਗ੍ਹਾ ਇੱਕ ਰੇਟ ਹੋਣਾ ਚਾਹੀਦਾ ਕਿ ਫਾਰਮਰ ਨੂੰ ਐਮਐਸਪੀ ਉਹ ਗਾਰੰਟੀ ਦੇਣ ਨੂੰ ਤਿਆਰ ਨੇ ਕਿ ਐਮਐਸਪੀ ਰਹੇਗਾ ਜਿਵੇਂ ਪਹਿਲੇ ਸੀਗਾ, ਤੇ ਉਹਦੇ ਨਾਲ ਪ੍ਰਾਈਵੇਟ ਮੰਡੀ ਵੀ ਰਹੇਗੀ, ਤੇ ਕੀ ਨੁਕਸਾਨ ਹੈ? ਉਹਦੇ ਨਾਲ ਨਹੀਂ ਗਾਰੰਟੀ ਰਿਟਰਨ in return we are not getting anything. This is what we want. ਇੱਥੇ ਦੇ ਫਾਰਮਰ ਦਾ ਹੈਗਾ ਸਾਨੂੰ ਐਮਐਸਪੀ ਗਾਰੰਟੀ ਤੇ ਚਾਹੀਦਾ, ਬੇਸ਼ੱਕ ਪ੍ਰਾਈਵੇਟ ਸੈਕਟਰ ਆ ਜਾਏ। ਇਜ਼ ਇਟ ਵਾਟ ਯੂ ਆਰ ਸੇਇੰਗ? ਨਹੀਂ ਪ੍ਰਾਈਵੇਟ ਸੈਕਟਰ ਆਂਦਾ ਤੇ ਉਦੋਂ ਘੱਟ ਖਰੀਦੇਗਾ ਤੇ ਸਜ਼ਾ ਹੋਣੀ ਚਾਹੀਦੀ ਹੈ, ਇਹ ਵੀ ਇੱਕ ਕਾਨੂੰਨ ਆਉਣਾ ਚਾਹੀਦਾ। ਬਾਕੀ ਇਹ ਹੈਗਾ ਕਿ ਜਿਸ ਤਰ੍ਹਾਂ ਦੇਖੋ ਹੁਣ ਜੀਓ ਆਇਆ ਸੀ, ਜੀਓ ਸਾਨੂੰ ਸਟਾਰਟਿੰਗ ਦੇ ਵਿੱਚ ਤੇ ਬੜਾ ਲੋਲੀਪੌਪ ਦਿੱਤਾ, ਫ੍ਰੀ ਦਿੱਤਾ। ਦੇਖੋ ਜਿਹੜੇ ਸਿੰਘੂ ਬਾਰਡਰ ਦੇ ਕਿਸਾਨ ਨੇ, ਪੰਜਾਬ ਦੇ ਕਿਸਾਨ ਨੇ, ਦੇ ਸੇ ਕਿ ਅਸੀਂ ਪ੍ਰਾਈਵੇਟ ਸੈਕਟਰ ਨੂੰ ਆਣ ਹੀ ਨਹੀਂ ਦੇਣਾ। ਇਹਦੀ ਜਿਹੜੀ ਪ੍ਰੋਕਿਉਰਮੈਂਟ ਹੈ ਉਹ ਸਿਰਫ ਤੇ ਸਿਰਫ ਜਿਵੇਂ ਹਜੇ ਹੋ ਰਹੀ ਹੈ ਉਵੇਂ ਹੀ ਹੋਵੇ। ਐਫਸੀਆਈ ਜਿਵੇਂ ਪ੍ਰੋਕਿਉਰਮੈਂਟ ਕਰ ਰਹੀ ਹੈ ਸਾਨੂੰ ਉਵੇਂ ਹੋਵੇ। ਹੁਣ ਦੇਖੋ ਤੁਸੀਂ ਕਿਹਾ ਤੁਹਾਨੂੰ ਇੱਥੋਂ 1100 ਰੁਪਏ ਦੀ ਮਿਲਦੀ ਹੈ, 1800 ਦੀ ਐਮਐਸਪੀ। ਪੰਜਾਬ 'ਚ ਐਵੇਂ ਨਹੀਂ ਹੈ। ਪੰਜਾਬ ਦੇ ਵਿੱਚ ਸਿਰਫ 2.5% ਕਮਿਸ਼ਨ ਲਿੱਤੀ ਜਾਂਦੀ ਹੈ ਆੜਤੀਆਂ ਨੇ, ਤੇ ਆੜਤੀਆਂ ਤੇ ਕਿਸਾਨਾਂ ਦਾ ਬੜਾ ਹੈਲਦੀ ਰਿਲੇਸ਼ਨ ਹੈ। ਨੋ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਹੈ ਜਟਾਂ 'ਚ। ਇਸ ਦੇ ਵਿੱਚ ਇਹ ਵੀ ਤਾਂ ਕੀਤਾ ਸੀ ਨਾ ਕਿ ਜੋ ਪ੍ਰਾਈਵੇਟ ਹੈਗੇ ਨੇ ਉਹ ਉੱਥੇ ਉਹਨਾਂ ਨੂੰ 8% ਮੰਡੀ ਟੈਕਸ ਪਏਗਾ, ਔਰ ਜੋ ਸਰਕਾਰੀ ਉੱਥੇ 1% ਪਏਗਾ, ਤਾਂ ਹਰ ਕੋਈ ਪ੍ਰਾਈਵੇਟ ਵੱਲ ਜਾਏਗਾ ਨਾ। ਹਾਂਜੀ ਹਾਂਜੀ। ਤੇ ਫਿਰ ਧੀਰੇ ਹੌਲੀ ਹੌਲੀ ਉਹ ਮੰਡੀਆਂ ਖਤਮ ਹੋ ਜਾਣਗੀਆਂ। ਤੇ ਫਿਰ ਫਿਰ ਇੱਕ ਐਪਰੀਹੈਂਸ਼ਨ ਹੈ, ਇਹ ਇੱਕ ਐਪਰੀਹੈਂਸ਼ਨ ਹੈ। ਬਟ ਉਹਨਾਂ ਨੇ ਕਹਿਤਾ ਹੁਣ ਜੋ ਚੀਜ਼ ਉੱਥੇ ਲੱਗੇਗੀ ਉਹੀ ਚੀਜ਼ ਉੱਥੇ ਰਹੇਗੀ, ਇਹ ਵੀ ਉਹ ਰਹੇਗਾ। ਹਾਂਜੀ ਬਾਕੀ ਦੇਖੋ ਜਿਹੜਾ ਬਾਕੀ ਇਹ ਹੈਗਾ ਕਿ ਜੋ ਸਾਰੇ ਕਾਨੂੰਨ ਬਣਾ ਦੇਣ ਤੇ ਮੰਡੀਆਂ ਦਾ ਮੇਨ ਪੁਆਇੰਟ ਕੀਤਾ ਹੈ ਜਾਏ। ਐਮਐਸਪੀ ਹੋ ਜਾਏ ਚਾਹੇ ਪ੍ਰਾਈਵੇਟ ਸੈਕਟਰ ਆ ਜਾਏ ਤਾਂ देयर इज नो ਇਸ਼ੂ। ਹਾਂ ਨਹੀਂ ਦੇਖੋ ਜੋ ਰੂਲਸ ਹੈਗੇ ਨੇ, ਬਾਕੀ ਤਾਂ ਦੇਖੋ ਜੋ ਸਾਡੇ ਆਗੂ ਹੈਗੇ ਨੇ ਉਹ ਪੂਰਾ ਹਰ ਚੀਜ਼ ਦੇ ਉੱਤੇ ਅੱਛੀ ਤਰ੍ਹਾਂ ਨਾਲ ਸਮਝ ਰਹੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਅੱਛੀ ਤਰ੍ਹਾਂ ਰੂਲਸ ਪਤਾ ਹੈਗੇ ਨੇ, ਉਹ ਸਭ ਕਰਨਗੇ। ਮੈਂ ਦੇਣ ਰਿਟਰਨ ਮੈਂ ਦੇਣ, ਜਿਸ ਤਰ੍ਹਾਂ ਮੋਦੀ ਜੀ ਕਹਿ ਰਹੇ ਵੀ ਇੱਕ ਦੇਸ਼ ਇੱਕ ਕਾਰਡ, ਇਦਾਂ ਹੀ ਮਤਲਬ ਗਾਰੰਟੀ ਮੈਂ ਲਿਖ ਕੇ ਦੇ ਦੇਣਾ। मतलब एक उस मेरे रिटर्न में दें, लेके कोई अगर प्राइवेट भी कोई एजेंसी खरीदती है कि जो सरकार ਦੇ ਰੇਟ ਹੈ 1900 ਜਾਂ 1800 ਉਸ ਤੋਂ ਘੱਟ ਖਰੀਦੇਗੀ ਉਹਨੂੰ ਸਜ਼ਾ ਹੋਵੇ, ਉਹਦੇ ਉੱਪਰ ਫਾਈਨ ਹੋਵੇ। ਇਹ ਤਾਂ ਲਿਖਿਆ ਨਹੀਂ ਹੈ। ਠੀਕ ਹੈ। ਤਾਂ ਮੰਨ ਲਓ ਜੇ ਤੁਸੀਂ ਕਹਿ ਰਹੇ ਹੋ ਕਿੱਥੇ ਵੀ ਜਾ ਕੇ ਵੇਚ ਲਓ, ਮੰਨ ਲਓ ਪੰਜਾਬ ਦਾ ਕਿਸਾਨ ਗੁਜਰਾਤ ਚਲ ਜਾਏਗਾ, ਉਹਨੇ ਦੀ ਫਸਲ ਨਹੀਂ ਹੈਗੀ ਜਿੰਨੇ ਦਾ ਉਹਦਾ ਭਾੜਾ ਲੱਗ ਜਾਣਾ। ਮੰਨ ਲਓ ਜਿੰਨੇ ਉਹਨੇ ਦੀ ਕੁੱਤੀਆਂ ਨਹੀਂ ਜਿੰਨੇ ਦੀ ਮੰਡੇ ਖਾ ਗਈ। ਇਹੀ ਕਹਾਵਤ ਹੋਈ ਨਾ ਪੰਜਾਬੀ ਵਿੱਚ। ਪਰ ਜਿਹੜੇ ਸਿੰਘੂ ਬਾਰਡਰ ਦੇ ਕਿਸਾਨ ਪੰਜਾਬ ਦੇ ਫਾਰਮਰਸ ਖੜੇ ਉਹ ਕਹਿੰਦੇ ਆ ਕਿ ਜਿਵੇਂ ਏਪੀਐਮਸੀ ਜਿਹੜਾ ਮੰਡੀ ਹੈਗਾ ਪੰਜਾਬ ਦਾ ਸਭ ਤੋਂ ਜ਼ਿਆਦਾ ਆਰਗੇਨਾਈਜ਼ਡ ਮੰਡੀ ਹੈਗਾ, ਬਾਕੀ ਦੇਸ਼ ਦੇ ਵਿੱਚ ਨਹੀਂ ਹੈਗਾ। ਤੇ ਸਭ ਤੋਂ ਜ਼ਿਆਦਾ ਪ੍ਰੋਕਿਉਰਮੈਂਟ ਵੀ ਧਾਨ ਤੇ ਵੀਟ ਦੀ ਪੰਜਾਬ ਤੇ ਹਰਿਆਣਾ ਤੋਂ ਹੋਈ ਹੈ, 62% ਹੁੰਦੀ ਹੈ ਐਫਸੀਆਈ ਵੱਲੋਂ। ਯੂਪੀ ਦੇ ਵਿੱਚ ਤੇ ਐਫਸੀਆਈ ਦੀ ਪ੍ਰੋਕਿਉਰਮੈਂਟ ਇੰਨੀ ਨਹੀਂ ਹੁੰਦੀ। ਹਾਂਜੀ ਪੰਜਾਬ ਵਾਲੇ ਕਹਿੰਦੇ ਨੇ, ਸੱਚ ਕਹਿੰਦੇ ਨੇ। ਹਾਂਜੀ ਹਾਂਜੀ। ਉਹਨਾਂ ਨੂੰ ਪਤਾ ਕਿ ਜਿਹੜਾ ਤੁਸੀਂ ਮੈਨੂੰ ਇੱਕ ਗੱਲ ਸੋ, ਜਿਹੜਾ ਪ੍ਰਾਈਵੇਟ ਵਾਲਾ ਆਏਗਾ ਉਹਦੀ ਮਨਸ਼ਾ ਕੀ ਹੋਏਗੀ? ਪੈਸਾ ਕਮਾਉਣਾ? ਨਹੀਂ ਪੈਸਾ ਕਮਾਉਣਾ ਕਿ ਲੁਟਾਉਣਾ? ਜਿਹੜਾ ਕਮਾਉਣਾ ਕਮਾਏਗਾ ਕਿਹਦੇ ਕੋਲੋਂ? ਮੰਗਲ ਗ੍ਰਹਿ ਤੇ ਵੇਚੇਗਾ ਜਾ ਕੇ ਜਾਂ ਚੰਦਰਮੇ ਵਾਲਿਆਂ ਨੂੰ ਦੇਗਾ? ਜਿਹੜਾ ਕੋਈ ਬਿਜ਼ਨਸ ਕਰਦਾ ਹੈ ਪੈਸਾ ਕਮਾਉਣਾ ਚਾਹੁੰਦਾ, ਲੁਟਾਉਣਾ ਚਾਹੁੰਦਾ? ਫਿਰ ਕਮਾਏਗਾ ਕਿੱਥੋਂ? ਖਰੀਦੇਗਾ ਕਿਸਾਨ ਕੋਲੋਂ, ਕਮਾਈ ਉਹਨੂੰ ਸਰਕਾਰ ਦੇਗੀ, ਆਮ ਜਨਤਾ ਹੀ ਦੇਗੀ। ਫਿਰ ਪੈਪਸੀ ਪੰਜਾਬ में ना वो सिंपल समझो ना, सिंपल ही बड़े सिंपल तरीके नाल इन्ना ਆਪਾਂ ਟਿਪੀਕਲੀ ਨਾ ਸਮਝੀ। ਸਿੰਪਲ ਅਗਰ ਕਿਸਾਨ ਤੋਂ ਖਰੀਦੇਗਾ, ਜੇ ਤੇ ਆਪਾਂ ਮੰਨ ਲਈਏ ਮਹਿੰਗਾ ਖਰੀਦੇਗਾ, ਫਿਰ ਮਹਿੰਗਾ ਵੇਚੇਗਾ ਸਸਤਾ ਵੇਚੇਗਾ? ਜੇ ਸਸਤਾ ਵੇਚੇਗਾ ਦਾਨੀ ਦਾ ਹੈ ਨਹੀਂ, ਦਾਨੀ ਦਾ ਹੈ ਨਹੀਂ, ਮਹਿੰਗਾ ਵੇਚੇਗਾ। ਜਦੋਂ ਮਹਿੰਗਾ ਵੇਚੇਗਾ ਐਕਸਪਲੋਇਟੇਸ਼ਨ ਕਿਹਦਾ ਹੋਏਗਾ? ਜਦੋਂ ਮਹਿੰਗਾ ਵੇਚੇਗਾ ਫਿਰ ਉਹ ਕੀ ਕਰੇਗਾ? ਫਿਰ ਉਹ ਕਲੌਜ਼ ਲੱਭੇਗਾ, ਬਹਾਨੇ ਲੱਭੇਗਾ ਲੋਕਾਂ ਨੂੰ ਫਸਾਉਣ ਦੇ। ਉਹ ਮਹਿੰਗਾ ਖਰੀਦੇਗਾ ਹੀ ਨਹੀਂ, ਫਿਰ ਉਹ ਫਸਾਏਗਾ ਕਿ ਮੈਂ ਤੁਹਾਡੇ ਨਾਲ ਇੱਕ ਦਿਨ ਕੀ ਕੀਤਾ ਜੀ, ਤੁਹਾਡੇ ਨਾਲ ਡੀਲ ਕਰ ਲਈ ਕਿ ਤੁਸੀਂ ਇੱਥੇ ਡੇਲੀ ਆਓ, ਮੇਰੀ ਬਾਈਟ ਲਓ, ਮੈਂ ਤੁਹਾਨੂੰ ਰੋਟੀ ਖਵਾਵਾਂਗਾ। ਤੁਸੀਂ ਹੈਬਿਚੁਅਲ ਹੋਗੇ ਮੇਰੇ ਬਾਰੇ, ਤੁਹਾਡੀ ਕੌਨਸ਼ੀਅਸਨੈਸ ਖਤਮ ਹੋ ਗਈ ਕਿ ਮੇਰੇ ਕੋਲ ਹੋਰ ਆਪਸ਼ਨ ਵੀ ਆਏ ਨੇ। ਤੁਸੀਂ ਜਦੋਂ ਹੈਬਿਚੁਅਲ ਹੋਗੇ ਫਿਰ ਤੁਸੀਂ ਕੀ ਕਰਨਾ? ਫਿਰ ਤਾਂ ਲੱਭਣਾ ਉਹਨੂੰ, ਕਿੱਥੇ ਲੱਭੋ, ਫੜ ਮੁੰਡਾ ਫੜੋ ਲੱਭੋ। ਹੁਣ ਮੈਂ ਤਾਂ ਹੈ ਨਹੀਂ, ਮੈਂ ਕਹਿਣਾ ਇੱਦਾਂ ਅੱਜ ਦਾ ਸਮੋਸਾ ਖਾ ਕੇ ਕੰਮ ਸਾਰੋ। ਉਹ ਚੀਜ਼ਾਂ ਦੇ ਬਾਰੇ ਕਿਸਾਨ ਸਮਝ ਗਏ ਨੇ। ਜਿਵੇਂ ਜੀਓ ਤੁਹਾਨੂੰ ਫ੍ਰੀ 'ਚ ਮਿਲੀ ਸੀ, ਪਹਿਲੇ ਦਿਨ ਹੀ ਪੈਸੇ ਲੈ ਰਹੇ ਸੀ, ਫ੍ਰੀ 'ਚ ਮਿਲੀ ਸੀ ਨਾ। ਅੱਜ ਕੀ ਕਰ ਰਹੀ ਹੈ? ਕਿੰਨੇ ਦਾ ਕਰਾ ਰਹੇ ਹੋ ਰਿਚਾਰਜ? ਕਿਉਂਕਿ ਹੁਣ ਤੁਸੀਂ 600 ਰੁਪਏ ਦਾ, ਕਿਉਂਕਿ ਹੁਣ ਤੁਸੀਂ ਹੈਬਿਚੁਅਲ ਹੋ ਗਏ। ਜਦੋਂ ਸਮਨ ਇਜ਼ ਵੈਰੀ ਓਨਲੀ ਕੌਨਸ਼ੀਅਸ ਟੂ ਅਰਨ ਮੋਰ ਐਂਡ ਮੋਰ ਮਨੀ, ਹੁਣ ਉਹਨਾਂ ਦਾ ਉਹ ਕਰਦੇ ਕਿਦਾਂ ਨੇ ਪਲਾਨ ਐਗਜ਼ੀਕਿਊਟ। ਅੱਜ ਇਹ ਫਾਰਮ ਬਿੱਲ ਕਿਉਂ ਲਿਆਂਦੇ ਗਏ ਨੇ?
ਅਗਰ ਤੁਹਾਡੇ ਹਿਸਾਬ ਨਾਲ ਪ੍ਰਾਈਵੇਟ ਸੈਕਟਰ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਜਾਂ ਨਹੀਂ? ਅਗਰ ਹੋਣੀ ਚਾਹੀਏ, ਅਗਰ ਆਪਾਂ ਪ੍ਰਾਈਵੇਟ ਸੈਕਟਰ ਨੂੰ ਅਲਾਉ ਕਰਦੇ ਹਾਂ, देयर शुड बी सम टर्म्स एंड कंडीशन दैट शुड बी वेरी वेरी बेनिफिशियल फॉर फार्मर्स। ਅੱਜ ਤੁਸੀਂ ਇਹ ਸੋਚੋ, ਇੱਕ ਇਸ਼ੂ ਚੱਲਿਆ ਹੋਇਆ ਕਿਸਾਨਾਂ ਦੇ ਵਿੱਚ। ਜੀ ਪਰ ਪੰਜਾਬ ਦੇ ਫਾਰਮਰਸ ਕਹਿ ਰਹੇ ਨੇ ਬਿਲਕੁਲ ਨਹੀਂ। ਪੰਜਾਬ ਦੇ ਫਾਰਮਰ ਕੀ ਕਹਿ ਰਹੇ ਨੇ, ਤੁਸੀਂ ਗੱਲ ਨੂੰ ਸਮਝੋ। ਉਹ ਇਹ ਹੀ ਕਹਿ ਰਹੇ ਨੇ ਕਿ ਸਾਨੂੰ ਗਰੰਟੀ ਸਰਕਾਰ ਵੱਲੋਂ ਸ਼ੋਰ ਹੋਏ, 100% MSP ਦੀ ਗਰੰਟੀ ਹੋਗੀ, ਠੀਕ ਹੈ ਜੀ, ਸਮਝੋ ਜੀ। ਕਿਸਾਨਾਂ ਦਾ ਫਾਇਦਾ ਜਿੱਦਾਂ ਹੋਏਗਾ ਉਦਾਂ ਹੋਏਗਾ। ਕਿਸਾਨਾਂ ਦਾ ਫਾਇਦਾ ਕਿਸਾਨਾਂ MSP ਦਾ ਦੀ ਗਾਰੰਟੀ ਨਾਲ, ਬਸ MSP ਦੀ ਗਾਰੰਟੀ ਨਾਲ। ਹੁਣ MSP ਦੀ ਗਾਰੰਟੀ ਦੇਣ ਦੇ ਨਾਲ ਅਗਰ ਇਦਾਂ ਦੇ ਨਾਲ ਬਿੱਲ ਲਿਆ, ਅੱਛਾ ਗੱਲ ਸੋਚੋ, ਕੰਟਰੈਕਟ ਫਾਰਮਿੰਗ ਜਿਹੜੀ ਜਿਸ ਤਰੀਕੇ ਨਾਲ ਲਾਗੂ ਕਰਾਈ ਜਾ ਰਹੀ ਉਹਦਾ ਫਾਇਦਾ ਕੀ ਹੈ? ਠੀਕ ਹੈ, ਉਹਦੀ ਮਨਸ਼ਾ ਕੀ ਹੈ? ਕਿਸਾਨਾਂ ਦੀ ਹੈਲਪ ਕਰਾਉਣੀ ਹੈ, ਕਿਸਾਨਾਂ ਦੀ ਹੈਲਪ ਕਰਾਉਣੀ ਹੈ। ਕਿਸਾਨਾਂ ਦੀ ਕਿੰਨੇ ਕੁ ਕਿਸਾਨਾਂ ਦੀ ਹੈਲਪ ਕੀਤੀ ਜਾ ਰਹੀ ਹੈ? ਸੋ ਕੰਟਰੈਕਟ ਫਾਰਮਿੰਗ ਦੇ ਨਾਲ ਜਿਹੜਾ ਕੋਈ ਕਿਸਾਨ ਤਵੱਜੋ ਨਹੀਂ ਰੱਖਦਾ। ਚੀਜ਼ਾਂ ਨੂੰ ਇੰਨਾ ਜਟਿਲ ਕਰ ਕਰਕੇ, ਇੰਨਾ ਕੰਪਲਿਕੇਟ ਕਰ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਨਫਿਊਜ਼ਨ ਕ੍ਰੀਏਟ ਕਰਨ ਦੀ। ਜੇ ਮੈਂ ਇੱਕ ਤੁਸੀਂ ਤੁਹਾਡਾ ਗੁਰਦਾਸਪੁਰ ਤੋਂ ਵੀ ਤਾਲੁਕ ਹੈ, ਜੇ ਪੰਜਾਬ ਵਾਲਾ ਸਿਸਟਮ ਵੀ ਯੂਪੀ ਵਿੱਚ ਹੁੰਦਾ ਤਾਂ ਇੰਨੀ ਐਕਸਪਲੋਇਟੇਸ਼ਨ ਹੁੰਦੀ? ਇਹ ਚਾਹੀਦਾ ਹੈ ਨਾ ਪੂਰਾ ਭਾਰਤ, ਜਿੱਦਾਂ ਮੋਦੀ ਕਹਿੰਦਾ ਇੱਕ ਦੇਸ਼ ਇੱਕ ਕਾਰਡ, ਸਾਰਾ ਕੁਝ ਨਹੀਂ ਸਿਸਟਮ ਨਹੀਂ, ਇੱਕ ਕਰਨਾ। ਤੁਸੀਂ ਪੰਜਾਬ ਵਾਲੇ ਮਾਡਲ ਨੂੰ ਸਹੀ ਸਮਝਦੇ ਹੋ ਜਿਹੜਾ ਇਸ ਸਮੇਂ ਐਗਜ਼ਿਸਟ ਉਹ ਤਾਂ ਪਹਿਲਾਂ ਜਿਹੜਾ ਸਹੀ ਸੀਗਾ, 2% ਵਾਲਾ ਜੋ MSCT ਉਹ ਜਿਹੜਾ MSP ਵਾਲਾ ਰੇਟ ਵਾਲਾ ਸਾਡੇ ਨੂੰ ਜਿਹੜਾ ਮਰਜ਼ੀ ਖਰੀਦੇ ਜੀ, ਮਤਲਬ ਉਹਦੇ ਉਸ ਤੋਂ ਘੱਟ ਕੋਈ ਪ੍ਰਾਈਵੇਟ ਵਾਲਾ ਸਾਡੇ ਵੱਲੋਂ ਭਾਵੇਂ ਤੁਸੀਂ ਖਰੀਦ ਲਓ ਉਸੇ ਸਰਕਾਰੀ ਰੇਟ ਤੇ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਤਾਂ ਸਮਾਨ ਵਿਕਣਾ ਚਾਹੀਦਾ। ਬਾਕੀ ਜਿਹੜਾ ਆੜਤੀ ਆ ਉਹ ਸਾਡਾ ਇੱਕ ਕਿਸਮ ਦਾ ATM ਹੈ। ਹੁਣ ਮੰਨ ਲਓ ਰਾਤ ਨੂੰ ਪੰਜਾਬ 'ਚ ਮੈਂ ਜਦੋਂ ਲਖੀਮਪੁਰ ਦੇ ਫਾਰਮਰ ਨਾਲ ਗੱਲ ਕਰ ਰਿਹਾ ਸੀਗਾ ਤੇ ਮੈਨੂੰ ਫੀਲ ਹੋਇਆ ਪੰਜਾਬ ਦਾ ਫਾਰਮਰ ਤੇ ATM ਹੈ, ਬੈਂਕ ਹੈ ਐਨੀ ਟਾਈਮ, ਪਰ ਯੂਪੀ ਦਾ ਫਾਰਮਰ ਐਕਸਪਲੋਇਟੇਸ਼ਨ ਕਰਦਾ, ਉਹ ਵਿਲਨ ਵਾਲਾ ਰੋਲ ਵੀ ਬਣਾਉਂਦਾ। ਸਾਡਾ ਆੜਤੀ ਆ ਜਿਹੜਾ ATM ਆ। ਸਾਨੂੰ ਰਾਤ ਨੂੰ ਕੋਈ ਜ਼ਰੂਰਤ ਪੜ ਜਾਏ ਪੈਸੇ ਦੀ, ਰਾਤ ਨੂੰ 11 ਵਜੇ 12 ਪਰ ਵਜੇ ਸਟਿਲ ਦੇयर ਇਜ਼ ਐਕਸਪਲੋਇਟੇਸ਼ਨ ਨਾ, ਐਕਸਪਲੋਇਟੇਸ਼ਨ ਤੇ ਹੈਗਾ। ਬੜਾ ਆਸਾਨੀ ਨਾਲ ਕੰਟਰੈਕਟ ਕੀਤਾ ਸੀ ਆਲੂਆਂ ਦੀ ਹਾਂਜੀ, ਫਸਲ ਤੇ, ਸੰਗਰੂਰ ਦੇ ਠੀਕ ਹੈ, ਕੀਤਾ ਹੀ ਨਾ ਸੰਗਰੂਰ ਦੇ ਕੋਲ ਸ਼ੈੱਡ ਬਣਾਇਆ। ਉਹ ਬਾਅਦ ਚ ਕੀ ਕੀਤਾ, ਮੁੜ ਕੇ ਭਾਅ quality ਟੁੱਟ ਗਿਆ। ਉਹ ਮੁੜ ਕੇ ਕਿਹਾ ਤੁਹਾਡਾ ਆਲੂ ਛੋਟਾ ਹੈ, ਕੁਆਲਿਟੀ ਖਰਾਬ ਹੈ, ਨਹੀਂ ਖਰੀਦ ਸਕਦੇ। ਕਿਸਾਨ ਨੇ ਕੋਈ ਫੈਕਟਰੀ ਤਾਂ ਲਾਈ ਨਹੀਂ। ਜਿਹੜਾ ਮੌਸਮ ਹੈ ਇੱਥੇ ਸੂਕਾ ਵੀ ਪੜ ਸਕਦਾ, ਬਾੜ ਵੀ ਆ ਸਕਦੀ ਹੈ, ਬਾਰਿਸ਼ ਵੀ ਹੋ ਸਕਦੀ, ਮੌਸਮ ਦੇ ਉੱਤੇ ਡਿਪੈਂਡ ਹੈ। ਤੇ ਮੰਨ ਲਓ ਇਹ ਕਹਿੰਦੇ ਆ ਸਾਡੇ ਵੱਲੋਂ ਭਾਵੇਂ ਸਰਕਾਰ ਖਰੀਦੇ ਭਾਵੇਂ ਪ੍ਰਾਈਵੇਟ ਖਰੀਦੇ, ਗਰੰਟੀ ਲਿਖਤ ਮੇ ਗਰੰਟੀ ਹੋਣੀ ਚਾਹੀਦੀ ਹੈ। ਸਾਨੂੰ ਸਾਡੀ ਤਾਂ ਫਸਲ ਵੇਚਣੀ ਚਾਹੀਦੀ ਹੈ। ਫਾਰਮਰਸ ਦਾ ਕਹਿਣਾ ਹੈ ਗਾਜੀਪੁਰ ਕਿ ਜਿਹੜਾ ਮਰਜ਼ੀ ਖਰੀਦੇ ਪਰ ਸੈਂਸ ਆਫ ਸਿਕਿਉਰਿਟੀ ਹੋਣੀ ਚਾਹੀਦੀ ਹੈ। ਜੋ ਵੀ ਖਰੀਦੇ, ਚਾਹੇ ਉਹ ਪ੍ਰਾਈਵੇਟ ਵਾਲਾ ਖਰੀਦੇ ਚਾਹੇ ਗਵਰਨਮੈਂਟ ਖਰੀਦੇ, ਤੇ ਦੂਜਾ MSP ਤੇ ਜ਼ਰੂਰ ਹੋਣੀ ਚਾਹੀਦੀ ਹੈ। ਵਿਦ ਕੈਮਰਾਮੈਨ ਸਵਰਨ ਐਂਡ ਪਰਮੀਤ, ਜਸਨੀਤ ਸਿੰਘ, ਸਿੱਖ ਨਿਊਜ਼ ਐਕਸਪ੍ਰੈਸ, ਗਾਜੀਪੁਰ ਬਾਰਡਰ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।